देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਇਹ ਜਿਹੜੇ ਬਜ਼ੁਰਗ ਆਗੂ ਨੇ ਇਹ ਪਹਿਲੇ ਤਰ੍ਹਾਂ ਲੜਾਈ ਲੜ ਰਹੇ ਨੇ, ਹੁਣ ਨਵੇਂ ਤਰ੍ਹਾਂ ਲੜਾਈ ਲੜਨ ਦੀ ਲੋੜ ਹੈ। ਇਹਨਾਂ ਨੂੰ ਹੁਣ ਦੇ ਲੜਾਈ ਲੜਨ ਦਾ ਪਤਾ ਨਹੀਂ ਹੈ। ਉਹ ਵੀ ਜਿਹੜੀ ਇੱਕ ਤਰ੍ਹਾਂ ਦੀ ਕਹਿ ਦਿਓ ਵੀ ਕਿਸਾਨ ਆਗੂਆਂ ਦੇ ਠੇਸ ਪਹੁੰਚੀ। ਕਾਸੇ ਦਾ ਕੁਝ ਕਿਸਾਨਾਂ ਨੇ ਬੋਲਿਆ, ਫਿਰ ਕਿਸਾਨਾਂ ਦੇ ਮਨ 'ਚ ਠੇਸ ਆਈ। ਫਿਰ ਜੇ ਇਕੱਲੇ ਲਾਉਣਾ ਚਾਹੁੰਦੇ ਨੇ ਤਾਂ ਲਾ ਲੈਣ ਮੋਰਚਾ, ਸਾਨੂੰ ਕੋਈ ਪ੍ਰੋਬਲਮ ਨਹੀਂ। ਉਹ ਵੀ ਦੁਹਾਈ ਕਿਸਾਨਾਂ ਦੀ ਪਾਲ ਜਾਣ ਜਾਂਦੇ ਨੇ ਆਗੂ, ਇੱਦਾਂ ਦੇ ਸ਼ਬਦ ਬੋਲ ਦਿੱਤੇ। ਦੇਖੋ ਜਿਹੜੇ ਆਗੂ ਦਿਨ ਰਾਤ ਇੱਕ ਕੀਤੀ ਹੋਈ ਉਹ ਟੋਲ ਪਲਾਜ਼ਿਆਂ ਤੇ ਰਾਤਾਂ ਸੌਂਦੇ ਨੇ। ਮੇਰੇ ਖਿਆਲ 'ਚ ਕਿਸੇ ਟੋਲ ਪਲਾਜ਼ੇ ਦੇ ਰਾਤ ਨਹੀਂ ਸੁੱਤੇ ਹੋਣੇ। ਕਿਸਾਨਾਂ ਦੇ ਮੋਰਚੇ ਨੂੰ ਅੱਜ 12ਵਾਂ ਦਿਨ ਹੋਣ ਨੂੰ ਆਇਆ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਸਿੰਘੂ ਬਾਰਡਰ ਦੇ ਉੱਤੇ। ਤੇ ਤੁਹਾਨੂੰ ਦੱਸ ਦਈਏ ਕਿ ਇੱਕ ਖਬਰ ਸਾਹਮਣੇ ਆ ਰਹੀ ਸੀ ਕਿ ਜਿਹੜੇ ਕਿਸਾਨ ਮੋਰਚਾ ਉੱਤੇ ਬੈਠੇ ਹੋਏ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਹੁਣ ਦੀਪ ਸਿੱਧੂ ਦਾ ਬਾਈਕਾਟ ਕੀਤਾ ਜਾ ਰਿਹਾ ਜਾਂ ਫਿਰ ਦੀਪ ਸਿੱਧੂ ਨੂੰ ਕਿਤੇ ਨਾ ਕਿਤੇ ਅਵੋਇਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ 'ਚ ਵਿਸਥਾਰ ਨਾਲ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਰਾਏ ਸਾਹਿਬ, ਜੋ ਕਿ ਆਪ ਪੰਜਾਬ ਦੀ ਇੱਕ ਕਿਸਾਨੀ ਜਥੇਬੰਦੀ ਦੇ ਵੱਡੇ ਆਗੂ ਨੇ। ਅਸੀਂ ਗੱਲਬਾਤ ਕਰਦੇ ਹਾਂ। ਰਾਏ ਸਾਹਿਬ, ਕੀ ਸਾਹਮਣੇ ਆ ਰਿਹਾ ਹੈ, ਕੁਝ ਇਹ ਵੀ ਸੁਣਨ ਨੂੰ ਆ ਰਿਹਾ ਹੈ ਕਿ ਕਿਸਾਨੀ ਜਥੇਬੰਦੀਆਂ ਨੇ ਦੀਪ ਸਿੱਧੂ ਦਾ ਜਿਹੜਾ ਬਾਈਕਾਟ ਕਰ ਦਿੱਤਾ ਹੈ? ਨਹੀਂ, ਬਾਈਕਾਟ ਕਿਸੇ ਦਾ ਨਹੀਂ ਕੀਤਾ। ਉਹ ਵੀ ਸਾਡਾ ਵੀਰ ਹੈ, ਕਿਉਂਕਿ ਆਪਾਂ ਉਹ ਵੀ ਕਿਸਾਨੀ ਲਈ ਲੜ ਰਹੇ, ਆਪਾਂ ਵੀ ਕਿਸਾਨੀ ਲਈ ਲੜ ਰਹੇ ਹਾਂ। ਸਾਰੇ ਪੰਜਾਬ ਵਾਸਤੇ ਫਿਕਰਮੰਦ ਨੇ, ਕਿਸਾਨੀ ਵਾਸਤੇ ਫਿਕਰਮੰਦ ਨੇ। ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਬਾਈਕਾਟ ਵਾਲੀ। ਮਤਭੇਦ ਥੋੜ੍ਹੇ ਬਹੁਤ ਹੋ ਸਕਦੇ ਆ, ਕਿਉਂਕਿ ਕਈ ਵਾਰ ਜਿਹੜੇ ਸਾਡੇ ਬੁਲਾਰੇ ਆ ਉਹ ਬੋਲ ਜਾਂਦੇ ਇਸ ਤਰ੍ਹਾਂ। ਉਹ ਸਾਡਾ ਦੀਪ ਵੀਰ ਆ, ਉਹ ਵੀ ਇੱਕ ਦੋ ਵਾਰ ਉਹ ਬੋਲਿਆ ਸੀਗਾ ਮਾਈਕਾਂ ਤੇ, ਆਪਣੀਆਂ ਸਟੇਜਾਂ ਤੇ। ਪਹਿਲਾਂ ਉਹਨੇ ਸਟੇਜ ਆਪਣੀ ਅਲੱਗ ਕਰ ਲਈ, ਫਿਰ ਉਹ ਸਟੇਜ ਤੋਂ ਇਹ ਵੀ ਕਹਿ ਦਿੱਤਾ ਵੀ ਜਿਹੜੇ ਕਿਸਾਨ ਆਗੂ ਨੇ ਇਹਨਾਂ ਨੂੰ ਪਤਾ ਕੁਝ ਨਹੀਂ। ਕੁਝ ਗੱਲਾਂ ਇਦਾਂ ਦੀਆਂ ਸੀਗੀਆਂ ਮਤਭੇਦ ਦੀਆਂ, ਪਰ ਅਸੀਂ ਉਹਨੂੰ ਇਹ ਕਿਹਾ ਵੀ ਤੂੰ ਵੀਰ ਆ, ਕਿਉਂਕਿ ਜਿੰਨੀਆਂ ਸੈਲੀਬ੍ਰਿਟੀ ਆਉਂਦੀਆਂ ਨੇ ਇਹ ਲੋਕ ਇਹਨਾਂ ਨੂੰ ਚਾਹੁੰਦੇ ਨੇ, ਨੌਜਵਾਨ ਚਾਹੁੰਦੇ ਨੇ। ਪਰ ਕਾਰਨ ਇਹ ਆ ਵੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਕਿਸਾਨੀ ਹਿੱਤ ਲਈ ਆਉਂਦੇ ਹੋ ਤਾਂ ਕਿਸਾਨਾਂ ਵਿੱਚ ਬੈਠੋ, ਆ ਕੇ ਸਵੇਰ ਤੋਂ ਆਉਣ ਸ਼ਾਮ ਤੱਕ ਬੈਠਣ। ਸਾਨੂੰ ਵੀ ਪਤਾ ਲੱਗੇ ਵੀ ਇਹ ਕਿਸਾਨੀ ਦਰਦ ਦੇ ਵਿੱਚ ਬੈਠੇ ਨੇ। ਤੇ ਇਦਾਂ ਦੀ ਕੋਈ ਗੱਲ ਨਹੀਂ ਬਾਈਕਾਟ ਦੀ। ਸਾਡਾ ਭਰਾ ਹੈ ਉਹ ਛੋਟਾ, ਅਸੀਂ ਉਹਨੂੰ ਜੇਕਰ ਸਟੇਜ ਦੀ ਗੱਲ ਹੋ ਸਟੇਜ ਤੋਂ ਵੀ ਬੁਲਾਵਾਂਗੇ, ਪਰ ਪਹਿਲਾਂ ਆ ਕੇ ਸਾਨੂੰ ਲੱਗੇ ਤਾਂ ਸੇ ਵੀ ਕਿਸਾਨੀ ਦਰਦ ਲਈ ਕਿਸਾਨਾਂ 'ਚ ਬਹਿੰਦੇ ਨੇ। ਇਹ ਸੈਲੀਬ੍ਰਿਟੀ ਜਿੰਨੀਆਂ ਆਉਂਦੀਆਂ ਇਹ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਕਹਿੰਦੇ ਕਿ ਦੀਪ ਸਿੱਧੂ ਨੇ ਆਪ ਦਾ ਵੱਖਰਾ ਹੀ ਮੰਚ ਬਣਾ ਲਿਆ, ਦੀਪ ਸਿੱਧੂ ਨੇ ਆਪ ਦੀ ਵੱਖਰੀ ਲੀਹ ਤੋਰ ਲਈ। ਦੀਪ ਸਿੱਧੂ ਉਤੇ ਮਤਲਬ ਕਿਸਾਨਾਂ ਵੱਲੋਂ ਹੀ ਇਹ ਗੱਲਾਂ ਕਹੀਆਂ ਗਈਆਂ ਨੇ ਕਿ ਹਾਂਜੀ ਉਹ ਸਾਡੇ ਨਾਲ ਤੁਰਦਾ ਨਹੀਂ, ਉਹ ਆਪਣਾ ਅਲੱਗ ਹੀ ਇੱਕ ਮੋਰਚਾ ਚਲਾਈ ਜਾ ਰਿਹਾ। ਇਹ ਗੱਲ ਹੋਈ ਸੀ ਕਿਉਂਕਿ ਜਿਹੜੀ ਫਸਟ ਮੀਟਿੰਗ ਚੰਡੀਗੜ੍ਹ ਹੋਈ ਸੀ ਉਹਦੇ ਵਿੱਚ ਸਾਰੇ ਹੀ ਇਹ ਜਿਹੜੇ ਸਾਡੇ ਸਿੰਗਰ ਵੀਰ ਆ ਉਹ ਆਏ, ਆਰਟਿਸਟ ਆਏ, ਲੱਖਾ ਸੁਧਾਣਾ ਜੀ ਆ, ਇਹ ਸਾਰੀ ਟੀਮ ਆਈ ਸੀ ਸਾਡੇ ਕੋਲ। ਕਿਸਾਨਾਂ ਨਾਲ ਸਾਡੀ ਚੰਡੀਗੜ੍ਹ ਮੀਟਿੰਗ ਕੀਤੀ ਸਾਡੀ, ਮੈਂ ਮੀਟਿੰਗ 'ਚ ਸ਼ਾਮਲ ਸੀ ਉੱਥੇ। ਔਰ ਇਹਨਾਂ ਨਾਲ ਸਾਡੀ ਗੱਲ ਹੋਈ ਸੀਗੀ ਭਈ ਆਪਾਂ ਇੱਕ 7 ਮੈਂਬਰੀ ਕਮੇਟੀ ਬਣਾਉਂਦੇ ਆ, ਤੁਸੀਂ ਵੀ 7 ਮੈਂਬਰੀ ਬਣਾਓ, ਆਪਾਂ ਤਾਲਮੇਲ 'ਚ ਰਵਾਂਗੇ। ਔਰ ਇਹ ਗੱਲ ਕਹੀ ਗਈ ਵੀ ਜਿਹੜੇ ਕਿਸਾਨ ਆਗੂ ਉੱਥੇ ਐਗਰੀ ਕੀਤਾ ਇਹਨਾਂ ਨੇ ਵੀ ਜਿਵੇਂ ਕਿਸਾਨ ਆਗੂ 30 ਕਹਿਣਗੇ ਆਪਾਂ ਉਵੇਂ ਹੀ ਚੱਲਾਂਗੇ, ਵੀ ਤੁਸੀਂ ਅੱਗੇ ਲਾ ਕੇ ਚੱਲੋ, ਅਸੀਂ ਤੁਹਾਡੇ ਨਾਲ ਚੱਲਾਂਗੇ। ਪਰ ਉਹਦੇ ਬਾਅਦ ਕੋਈ ਇਹਨਾਂ ਦੇ ਪਹਿਲਾਂ ਤਾਂ ਆਪਸ ਵਿੱਚ ਹੀ ਮਤਭੇਦ ਹੋ ਗਏ ਹੈ ਨਾ। ਉਹ ਮਤਭੇਦ ਹੋਣ ਕਰਕੇ ਸਾਡੇ ਦੀਪ ਵੀਰ ਨੇ ਇਹ ਕੰਮ ਕੀਤਾ ਕਿ ਜਿਹੜਾ ਮੋਰਚਾ ਆਪਣਾ ਵੱਖਰਾ ਲਾ ਕੇ ਬਹਿ ਗਿਆ ਅਲੱਗ ਕਿਸਾਨਾਂ ਤੋਂ ਸ਼ੰਭੂ ਬਾਰਡਰ ਤੇ। ਜਦ ਕਿ ਜਿਹੜਾ ਕਿਸਾਨਾਂ ਵੱਲੋਂ ਸੀ ਉਹ ਟ੍ਰੇਨ ਟਰੈਕਾਂ ਤੇ ਸੀ, ਸਾਡਾ ਸੀ ਆਲ ਪੰਜਾਬ ਦੇ ਵਿੱਚ ਟ੍ਰੇਨ ਟਰੈਕ ਰੋਕਣੇ, ਜਦ ਕਿ ਹਾਈਵੇ ਤੇ ਨਹੀਂ ਸੀਗਾ। ਪਰ ਇਹਨੇ ਵੱਖਰਾ ਆਪਣੇ ਆਪ ਨੂੰ, ਫਿਰ ਕਿਸਾਨਾਂ ਨੂੰ ਕਿਤੇ ਲੱਗਾ ਇਹ ਵੀ ਇਹ ਸਿਰਫ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਇਸ ਕਰਕੇ ਥੋੜ੍ਹਾ ਜਿਹਾ ਦੁੱਖ ਦਰਦ ਹੋਇਆ ਪੈਦਾ। ਫਿਰ ਇਹਨਾਂ ਨੇ ਉੱਥੋਂ ਸਟੇਜ ਤੋਂ ਇਹ ਵੀ ਸ਼ਬਦ ਬੋਲ ਦਿੱਤੇ ਕਿ ਜਿਹੜੇ ਬਜ਼ੁਰਗ ਆਗੂ ਨੇ ਇਹ ਪਹਿਲੇ ਤਰ੍ਹਾਂ ਲੜਾਈ ਲੜ ਰਹੇ ਨੇ, ਹੁਣ ਨਵੇਂ ਤਰ੍ਹਾਂ ਲੜਾਈ ਲੜਨ ਦੀ ਲੋੜ ਹੈ। ਇਹਨਾਂ ਨੂੰ ਹੁਣ ਦੇ ਲੜਾਈ ਲੜਨ ਦਾ ਪਤਾ ਨਹੀਂ ਹੈ। ਉਹ ਵੀ ਜਿਹੜੀ ਇੱਕ ਤਰ੍ਹਾਂ ਦੀ ਕਹਿ ਦਿਓ ਵੀ ਕਿਸਾਨ ਆਗੂਆਂ ਦੇ ਠੇਸ ਪਹੁੰਚੀ, ਕਿਉਂਕਿ ਕਿਸਾਨ ਆਗੂ ਤਾਂ ਬੜੇ ਚਿਰਾਂ ਤੋਂ ਲੜਾਈ ਲੜਦੇ ਆ ਰਹੇ ਨੇ। ਜਿਹੜੇ 40 ਅਸੀਂ ਵੀ, ਮੈਂ ਵੀ ਬੇਸ਼ੱਕ ਕਿਸਾਨ ਆਗੂਆਂ 'ਚ ਉਹਨਾਂ 30 ਸਮੇਂ ਤੋਂ ਜਿਹੜੇ ਕਿਸਾਨ ਨੇ ਉਹ ਆਪਣੇ ਹੱਕਾਂ ਦੀ ਮੰਗ ਦੇ ਵਿੱਚ ਖੜੇ ਨੇ। ਮੈਂ ਵੀ ਭਾਵੇਂ 30 ਦੇ ਵਿੱਚ ਇੱਕ ਹਾਂ, ਪਰ ਅਸੀਂ ਅੱਜ ਜਿਵੇਂ ਰਾਜੇਵਾਲ ਸਾਹਿਬ ਨੇ, ਦਰਸ਼ਨਪਾਲ ਜੀ ਨੇ, ਹੋਰ ਸਾਡੇ ਕਿਸਾਨ ਆਗੂ ਨੇ, ਕੁਲਵੰਤ ਸੰਧੂ ਜੀ ਨੇ, ਸੀਨੀਅਰ ਆਗੂ ਨੇ ਵਿੱਚ ਡੱਲੇਵਾਲ ਜੀ ਨੇ, ਅਸੀਂ ਉਹਨਾਂ ਤੋਂ ਸਿੱਖ ਰਹੇ ਰੋਜ਼। ਬੇਸ਼ੱਕ ਅਸੀਂ ਨੌਜਵਾਨ ਸਾਡੇ ਨਾਲ ਵੱਧ ਹੈ ਉਹਨਾਂ ਨਾਲੋਂ, ਪਰ ਅਸੀਂ ਸਿੱਖ ਰਹੇ ਉਹਨਾਂ ਦੇ ਕੋਲੋਂ, ਰੋਜ਼ ਸਿੱਖ ਕੇ ਅਸੀਂ ਉਹਨਾਂ ਦੇ ਨਾਲ ਲੱਗ ਕੇ ਚੱਲੇ ਹੋਏ ਹਾਂ। ਇਸ ਕਰਕੇ ਆਪਾਂ ਇੱਥੇ ਗੱਲ ਜਿਹੜੀ ਹੁੰਦੀ ਆ ਆਪਣੇ ਬੜਿਆਂ ਤੋਂ ਆਸ਼ੀਰਵਾਦ ਲੈ ਕੇ। ਮੈਂ ਤਾਂ ਸਗੋਂ ਮੀਟਿੰਗ 'ਚ ਉੱਥੇ ਜਦੋਂ ਉੱਥੇ ਪ੍ਰੈਸ ਪੁੱਛ ਰਹੀ ਸੀ ਵੀ ਤੁਹਾਡੇ ਜਦੋਂ ਤੁਸੀਂ ਕਿਤੇ ਜਾਂਦੇ ਹੋ ਉੱਥੇ ਨਾਅਰੇ ਹੋਰ ਤਰ੍ਹਾਂ ਦੇ ਲੱਗਦੇ ਆ, ਤੇ ਮੈਂ ਇਹਨਾਂ ਨੂੰ ਸਗੋਂ ਉਸ ਵੇਲੇ ਮੈਂ ਦੀਪ ਵੀਰ ਦੀ ਹੈਲਪ ਕੀਤੀ ਸੀ ਵੀ ਤੁਸੀਂ ਇਹ ਗੱਲ ਆਖੋ ਭਈ ਸਾਡਾ ਨੌਜਵਾਨਾਂ ਦਾ ਜੋਸ਼ ਤੇ ਇਹ ਬਜ਼ੁਰਗਾਂ ਦਾ ਹੋਸ਼, ਉਹਦੇ ਨਾਲ ਅਸੀਂ ਮਿਲ ਕੇ ਸਮੇਲ ਕਰਕੇ ਚੱਲਾਂਗੇ। ਪਰ ਇਹਨਾਂ ਨੇ ਆਪਣੀ ਸਟੇਜ ਜਦੋਂ ਵੱਖਰੀ ਕਰ ਲਈ, ਸਟੇਜ ਤੋਂ ਉਲਟਾ ਸਿੱਧਾ ਕੁਝ ਕਿਸਾਨਾਂ ਲਈ ਬੋਲਿਆ, ਫਿਰ ਕਿਸਾਨਾਂ ਦੇ ਮਨ 'ਚ ਠੇਸ ਆਈ। ਫਿਰ ਜੇ ਇਕੱਲੇ ਲਾਉਣਾ ਚਾਹੁੰਦੇ ਨੇ ਤਾਂ ਲਾ ਲੈਣ ਮੋਰਚਾ, ਸਾਨੂੰ ਕੋਈ ਪ੍ਰੋਬਲਮ ਨਹੀਂ। ਉਹ ਵੀ ਦੁਹਾਈ ਕਿਸਾਨਾਂ ਦੀ ਪਾ ਰਹੇ ਨੇ, ਅਸੀਂ ਪਾ ਰਹੇ ਨੇ, ਪਰ ਅਸੀਂ ਫਿਰ ਆਪਣੇ ਵੱਖਰੇ ਰਵਾਂਗੇ, ਇਹਨਾਂ ਦੇ ਨਾਲੋਂ ਅਲੱਗ ਰਵਾਂਗੇ। ਪਰ ਫਿਰ ਜਦੋਂ ਇੱਥੇ ਨੂੰ ਆਏ ਆਪਾਂ ਸ਼ੰਭੂ ਸਿੰਘ ਬਾਰਡਰ ਤੇ ਇਹ ਮੋਹਰੇ ਮੈਂ ਫਸਟ ਮੋਹਰੇ ਮੈਂ ਹੀ ਸੀਗਾ ਲਗਭਗ। ਜਿਹੜੇ ਮੋਹਰੇ 2 ਟਰੈਕਟਰ ਲੱਗੇ ਹੋਏ ਸੀ ਬਾਰਡਰ ਨੂੰ ਤੋੜਦੇ ਸੀ, ਅਸੀਂ ਮੋਹਰੇ ਅਸੀਂ ਸੀਗੇ।
ਤੇ ਇਹ ਸਾਡੇ ਨਾਲ ਇੱਕ ਮੋਹਰੇ ਟਰੈਕਟਰ ਸਾਡਾ ਜਿਹੜਾ ਸਟੇਜ ਤੇ ਲੱਗਾ ਇਹਦੇ ਉੱਪਰ ਬੈਠ ਕੇ ਆਇਆ ਦੀਪ ਸਿੱਧੂ। ਅਸੀਂ ਕੁਝ ਨਹੀਂ ਕਿਉਂਕਿ ਕਿਸਾਨੀ ਲਈ ਆ ਰਹੇ ਹਾਂ, ਬੜੀ ਚੰਗੀ ਗੱਲ ਹੋਈ। ਪਰ ਇੱਥੇ ਕਿਸਾਨਾਂ ਨੇ ਬਾਕੀਆਂ ਨੇ ਵਿਰੋਧ ਜਤਾਇਆ ਵੀ ਤੂੰ ਤੇ ਕਿਸਾਨਾਂ ਨੂੰ ਇਹ ਕਹਿ ਰਿਹਾ ਸੀ, ਕਿਉਂਕਿ ਇਹਨੇ ਉਦੋਂ ਵੀ ਜਦੋਂ ਮੀਟਿੰਗ 'ਚ ਗਏ ਇਹ ਵੀ ਗੱਲ ਆਖਤੀ ਵੀ ਇਹ ਜਿਹੜੇ ਕਿਸਾਨ ਆ, ਜਦੋਂ ਇੱਥੇ ਨੂੰ ਆਉਣਾ ਸੀ ਉਹ ਤੋਂ ਪਹਿਲਾਂ ਇੱਕ ਮੀਟਿੰਗ 'ਚ ਹੋਈ ਸਾਡੀ ਦਿੱਲੀ, ਉਹਦੇ ਵਿੱਚ ਅਸੀਂ ਜਦੋਂ ਇਹ ਗੱਲ ਆਈ ਪਈ ਇਹ ਰੋਟੀ ਖਾ ਕੇ ਆ ਗਿਆ ਜੀ, ਇਹ ਤਾਂ ਰੋਟੀ ਖਾਣ ਜਾਂਦੇ ਨੇ ਆਗੂ, ਇਦਾਂ ਦੇ ਸ਼ਬਦ ਬੋਲ ਦਿੱਤੇ। ਦੇਖੋ ਜਿਹੜੇ ਆਗੂ ਦਿਨ ਰਾਤ ਇੱਕ ਕੀਤੀ ਹੋਈ ਉਹ ਟੋਲ ਪਲਾਜ਼ਿਆਂ ਤੇ ਰਾਤਾਂ ਸੌਂਦੇ ਨੇ, ਮੇਰੇ ਖਿਆਲ 'ਚ ਕਿਸੇ ਟੋਲ ਪਲਾਜ਼ੇ ਦੇ ਰਾਤ ਨਹੀਂ ਸੁੱਤੇ ਹੋਣੇ ਜਿੰਨੀਆਂ ਸੈਲੀਬ੍ਰਿਟੀ ਆ। ਔਰ ਉਹ ਜਿਹੜੇ ਲੋਕ ਕਿਸਾਨਾਂ ਨੂੰ ਜਾ ਕੇ ਉਤਸ਼ਾਹਿਤ ਕਰ ਰਹੇ ਨੇ ਵੀ ਚਲੋ ਆਪਣੇ ਹੱਕਾਂ ਲਈ ਜਾਣਾ। ਆ ਜਿੰਨਾ ਕਲਾਊਡ ਆ, ਚਲੋ ਇਹਦੇ ਵਿੱਚ ਅਸੀਂ ਮੰਨਦੇ ਆ ਵੀ 60% ਲੋਕ ਜਿਹੜੇ ਆ ਉਹ ਆਗੂਆਂ ਦੇ ਕਹੇ ਤੇ ਆਏ ਆ, 40% ਲੋਕ ਆਪ ਵੀ ਆਏ ਆ ਜਿਨ੍ਹਾਂ ਨੂੰ ਲੱਗਾ ਕਿ ਪੰਜਾਬ ਦੇ ਹਿੱਤ ਲਈ ਜਾਣਾ, ਕਿਸਾਨੀ ਹਿੱਤ ਲਈ। ਪਰ ਇਹ ਜ਼ਰੂਰ ਸੀ ਵੀ ਜਿਹੜੇ ਪਹਿਲਾਂ 60 ਲਿਆਉਣੇ ਸੀ ਜਦੋਂ ਪਿੰਡਾਂ 'ਚੋਂ ਲੈ ਕੇ ਆਉਣੇ ਸੀ, ਤਾਂ ਕਿਸਾਨ ਆਗੂਆਂ ਨੇ ਮਿਹਨਤ ਕੀਤੀ, ਪਿੰਡਾਂ 'ਚ ਜਾ ਕੇ ਹੱਥ ਬੰਨ੍ਹ ਕੇ ਮਿਹਨਤ ਕੀਤੀ, ਉਹਦਾ ਸਦਕਾ ਹੀ ਆਏ ਨੇ। 60 ਨੇ ਮਿਹਨਤ ਹੋਈ, ਉਸ ਤੋਂ ਬਾਅਦ ਹੀ ਅਗਲੇ 40 ਜਿਹੜੇ ਉਹ ਨਾਲ ਆ ਕੇ ਜੁੜੇ। ਤੇ ਉਹਨੂੰ ਆਪਾਂ ਜੇ ਹੁਣ ਕਹੀ ਜਾਈਏ ਵੀ ਇਹ ਆਗੂਆਂ ਨੂੰ ਪਤਾ ਨਹੀਂ ਕੁਝ ਵੀ ਇਹ ਸਿਆਣੇ ਹੋ ਗਏ ਨੇ, ਉਹ ਕਿਤੇ ਨਾ ਕਿਤੇ ਹਟ ਕੀਤਾ ਸੀ। ਪਰ ਮੇਰੇ ਨਾਲ ਇੱਥੇ ਉਸ ਦਿਨ ਰਾਤ ਨੂੰ ਗੱਲ ਹੋਈ, ਮੈਂ ਹੀ ਸਟੇਜ ਤੋਂ ਆਖੀ ਸੀ ਇਹ ਗੱਲ ਵੀ ਇੱਥੇ ਕੋਈ ਵੀ ਸੈਲੀਬ੍ਰਿਟੀ ਜਿਹੜੀ ਆਊਗੀ ਉਹ ਸਟੇਜ ਤੋਂ ਨਹੀਂ ਬੋਲੇਗੀ, ਕੇਵਲ ਕਿਸਾਨ ਆਗੂ ਬੋਲਣਗੇ। ਪਰ ਉਹ ਮੇਰੇ ਕੋ ਉਹਨੂੰ ਪਤਾ ਲੱਗਿਆ ਤਾਂ ਮੇਰੇ ਕੋ ਸ਼ਾਮ ਨੂੰ ਇੱਥੇ ਵੀਰ ਆਇਆ ਉਹ ਦੀਪ ਸਿੱਧੂ, ਤੇ ਮੇਰੀ ਉਹਦੇ ਨਾਲ ਬੜੀ ਖੁੱਲ੍ਹ ਕੇ ਗੱਲ ਹੋਈ। ਮੈਂ ਕਿਹਾ ਵੀਰੇ ਤੁਸੀਂ ਇਹ ਗੱਲਾਂ ਕਿਉਂ ਆਖਦੇ ਇਦਾਂ ਦੀਆਂ ਕਿਸਾਨਾਂ ਪ੍ਰਤੀ, ਬਜ਼ੁਰਗ ਆਗੂਆਂ ਪ੍ਰਤੀ? ਸਾਹਮਣੇ ਵੀ ਆਈ ਸੀ ਕਿ ਸ਼ਾਇਦ ਉਸ ਨੂੰ ਹੁਣ ਸਟੇਜ ਦੇ ਉੱਤੋਂ ਨਹੀਂ ਬੋਲਣ ਦਿੱਤਾ ਜਾਏਗਾ ਜਦ ਤੱਕ ਉਹ ਆ ਕੇ ਮੋਰਚੇ ਦੇ ਵਿੱਚ ਬਹਿ ਕੇ ਆਪਣੀ ਹਾਜ਼ਰੀ ਨਹੀਂ ਲਗਾਉਂਦਾ ਪੂਰਨ ਤੌਰ ਤੇ, ਉਸ ਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ ਜਾਏਗਾ। ਇਸ ਦੇ ਉੱਤੇ ਵੀ ਥੋੜਾ ਚਾਨਣਾ ਜ਼ਰੂਰ ਪਾਓ। ਬਿਲਕੁਲ ਸਾਡੀ ਇਹ ਸਾਰੀਆਂ ਜਥੇਬੰਦੀਆਂ ਦੀ ਰਹਿ ਹੋ ਗਈ ਸੀ ਵੀ ਜਿੰਨੇ ਸੈਲੀਬ੍ਰਿਟੀ ਆਉਂਦੇ ਨੇ ਇਹਨਾਂ ਨੂੰ, ਜਿਵੇਂ ਹੁਣ ਦੇਖੋ ਸਾਡੇ ਕੋਲ ਸਿੰਗਰ ਵੀਰ ਆਉਂਦੇ ਨੇ, ਮੈਂ ਉਹ ਬੜੀ ਮੈਨੂੰ ਚੰਗੀ ਗੱਲ ਲੱਗੀ। ਇੱਕ ਦਿਨ ਗਰੇਵਾਲ ਜੀ ਆਏ ਹੋ ਸੀਗੇ, ਜਿਹੜਾ ਸਾਡਾ ਰਵਿੰਦਰ ਗਰੇਵਾਲ ਹੈ, ਔਰ ਉਹਨੂੰ ਅਸੀਂ ਕਹੀਏ ਵੀ ਤੁਸੀਂ ਸਟੇਜ ਤੇ ਚੜ੍ਹ ਕੇ ਸੰਬੋਧਨ ਕਰੋ ਥੋੜਾ ਟਾਈਮ, ਉਹ ਕਹਿੰਦਾ ਜੀ ਮੈਂ ਤੁਹਾਡੇ 'ਚ ਬਹਿਣ ਆਇਆ। ਅਸੀਂ ਉਹਨੂੰ ਧੱਕੇ ਨਾਲ ਸਟੇਜ ਤੇ ਚੜਾਇਆ ਔਰ ਉਹ ਆਪਣਾ ਬੋਲ ਕੇ ਜਿੰਨਾ ਟਾਈਮ ਲਿਮਟ ਉਹਨੂੰ ਦਿੱਤਾ ਸੀ, ਉਸ ਤੋਂ ਬਾਅਦ ਫਿਰ ਜਾ ਕੇ ਉਹ ਵਿੱਚ ਬਹਿ ਗਿਆ, ਸ਼ਾਮ ਤੱਕ ਉਹ ਬੈਠਾ ਰਿਹਾ। ਤੇ ਇਦਾਂ ਜੇਕਰ ਕਿਸਾਨਾਂ ਦੇ ਦਰਦ ਲਈ ਉਹ ਵੀ ਆਵੇ, ਦੀਪ ਸਿੱਧੂ ਵੀਰ ਵੀ ਆਵੇ ਸਾਡਾ, ਉਹ 1-2 ਦਿਨ ਵਿੱਚ ਬੈਠੇ। ਹੁਣ ਅਸੀਂ ਇੱਥੇ 475 ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ, ਸਾਰਿਆਂ ਨੂੰ ਟਾਈਮ ਦਿੰਦੇ ਆ, ਤੇ ਜੇ ਆਪਾਂ ਇੱਕੋ ਦਿਨ ਹੀ ਕਹੀਏ ਸਾਰੇ ਦਿਨ ਨਹੀਂ ਬੋਲ ਸਕਦੇ, ਤੇ ਤੀਜੇ ਦਿਨ ਵਾਰੀ ਆਉਂਦੀ ਜਾ ਕੇ, ਤੇ ਉਹ ਜੇ ਉਹ ਵੀ ਆਵੇ 2 ਦਿਨ ਬੈਠੇ ਵਿੱਚ, ਤੀਜੇ ਦਿਨ ਉਹਦੀ ਵਾਰੀ ਆਏਗੀ, ਉਹਨੂੰ ਬੁਲਾਵਾਂਗੇ ਆਪਾਂ, ਕੋਈ ਗੱਲ ਨਹੀਂ, ਵਾਰੀ ਸਿਰ ਸਾਰੇ ਬੋਲਣਗੇ। ਜੇ ਹੁਣ ਸੈਲੀਬ੍ਰਿਟੀ ਕੋਈ ਆਉਂਦੀ ਆ ਉਹ ਕਹਿੰਦੇ ਪਏ ਅਸੀਂ ਆਉਣਾ ਅੱਧੇ ਘੰਟੇ ਲਈ ਆ ਕੇ ਬਹਿ ਕੇ ਬੋਲ ਕੇ ਫਿਰ ਚਲੇ ਜਾਣਾ, ਤੇ ਆਪਾਂ ਜਾ ਕੇ ਆਪਾਂ ਕਿਤੇ ਰਾਤ ਨੂੰ ਸੜਕਾਂ ਤੇ ਸੌਣਾ ਵੀ ਨਹੀਂ ਕਿਸਾਨਾਂ ਦੇ ਨਾਲ, ਫਿਰ ਇਹ ਤਾਂ ਕਿਤੇ ਨਾ ਕਿਤੇ ਗੱਲ ਜਾਪਦੀ ਆ ਨਾ ਕਿ ਉਹ ਸਿਰਫ ਆਪਣੇ ਆਪ ਨੂੰ ਪ੍ਰਮੋਟ ਕਰਨ ਆਉਂਦੇ ਆ, ਤਾਂ ਫਿਰ ਤਾਂ ਕਰਕੇ ਇਤਰਾਜ਼ ਜਗਦੇ ਆ। ਉਹ ਇਦਾਂ ਨਾ ਆਉਣ ਵੀਰ ਜੀ, ਆਇਆਂ ਨੂੰ ਉਹਨਾਂ ਨੂੰ, ਤੇ ਜਦੋਂ ਆਉਣ ਜੀ ਆਇਆਂ ਨੂੰ, ਪਰ ਆ ਕੇ ਉਸ ਵਿੱਚ ਬਹਿਣ, ਕਿਸਾਨਾਂ ਦੇ ਵਿੱਚ ਬਹਿਣ, ਕਿਸਾਨਾਂ ਦੇ ਦਰਦ ਦੇ ਨਾਲ ਬਹਿਣ, ਇੱਥੇ ਹਾਜ਼ਰੀ ਪਾਉਣ ਆਪਣੀ। ਜਦੋਂ ਉਹ 2 ਦਿਨ ਬੈਠਣਗੇ, ਕਿਸਾਨ ਆਗੂ ਆਪ ਕਹਿਣ ਲੱਗ ਪੈਣਗੇ ਵੀ ਇਹ ਸਾਡੇ ਵੀਰ ਨੂੰ ਟਾਈਮ ਦਿਓ, ਉਹ ਗੱਲ ਚੰਗੀ ਹੋਊਗੀ, ਉਹ ਮੈਸੇਜ ਚੰਗਾ ਜਾਊਗਾ। ਹੁਣ ਦੀਪ ਸਿੱਧੂ ਦੇ ਲਈ ਕਿਸ ਹਿਸਾਬ ਦੇ ਨਾਲ ਜਿਹੜਾ ਵਤੀਰਾ ਜਿਹੜਾ ਇਸ ਵੇਲੇ ਵਰਤਿਆ ਜਾਊਗਾ ਲਗਾਤਾਰ, ਕਿਉਂਕਿ ਹੁਣ ਦੀਪ ਸਿੱਧੂ ਆਪ ਵੀ ਜਿਹੜੇ ਨੇ ਕਿਤੇ ਨਾ ਕਿਤੇ ਇਸ ਮੋਰਚੇ ਦੇ ਵਿੱਚ ਬਾਹਰ, ਚਾਹੇ ਮੋਰਚੇ ਦੇ ਬਾਹਰ ਹੁੰਦੇ ਨੇ ਜਾਂ ਕਿਸੇ ਤਰੀਕੇ ਹੁੰਦੇ ਨੇ, ਉਹ ਇਹੀ ਗੱਲ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਹਾਂ। ਹੁਣ ਜਿਹੜਾ ਕਿਸਾਨੀ ਜਥੇਬੰਦੀਆਂ ਦਾ ਕੀ ਵਤੀਰਾ ਰਹੂਗਾ ਦੀਪ ਸਿੱਧੂ ਨੂੰ ਲੈ ਕੇ, ਕਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਚੱਲਣਗੀਆਂ? ਦੇਖੋ ਅਸੀਂ ਮੈਂ ਤਾਂ ਪਹਿਲਾਂ ਕਹਿ ਰਿਹਾ ਵੀ ਉਹ ਹਾਜ਼ਰੀ ਭਰਨ, ਕਿਸਾਨਾਂ ਦੇ ਨਾਲ ਬਹਿਣ ਇੱਥੇ, ਤੇ ਸਾਡਾ ਵਤੀਰਾ, ਅਸੀਂ ਕਿਹੜਾ ਉਹਦੇ ਨਾਲ ਵੀਰ ਨਾਲ ਕੋਈ ਬੰਨਾ ਵੰਡਣਾ, ਸਾਡਾ ਹੀ ਭਰਾ ਆ, ਸਾਡਾ ਪੰਜਾਬੀ ਪੁੱਤਰ ਆ, ਉਹ ਕੋਈ ਐਡੀ ਗੱਲ ਨਹੀਂ ਹੈਗੀ, ਉਹ ਸਾਡਾ ਹੀ ਆ ਉਹ ਵੀ। ਪਰ ਅਸੀਂ ਇਹ ਕਹਿੰਦੇ ਆ ਵੀ ਉਹ ਸਾਡੇ ਨਾਲ ਆ ਕੇ ਕਿਸਾਨਾਂ ਦੇ ਹਿੱਤ ਲਈ ਬੈਠੇ, ਵਿੱਚ ਕਿਸਾਨਾਂ ਦੇ ਕੋਲ ਆ ਕੇ ਬੈਠੇ, ਉਹ ਹਾਜ਼ਰੀ ਭਰੇ। ਜੇ ਉਹ ਬਾਹਰ ਆ ਕੇ ਕਹਿੰਦਾ ਇਹ ਗੱਲ, ਉਹਨੂੰ ਇੱਥੇ ਕਿਹੜਾ ਅਸੀਂ ਕਿਸੇ ਨੇ ਮਨਾ ਕੀਤਾ ਵੀ ਤੈਨੂੰ ਅੰਦਰ ਬਹਿਣ ਨਹੀਂ ਦੇਣਾ, ਔਰ ਇੱਥੇ ਆ ਕੇ ਬੈਠੇ ਉਹਨੂੰ ਪੂਰਾ ਆਦਰ ਮਾਣ ਸਤਿਕਾਰ ਮਿਲੂਗਾ। ਤੇ ਇਹ ਜ਼ਰੂਰ ਹੈ ਵੀ ਜਿਹੜੇ 2 ਦਿਨ ਹਾਜ਼ਰੀ ਭਰੂਗਾ ਸਟੇਜ ਤੇ, ਫਿਰ ਟਾਈਮ ਮਿਲੂਗਾ। ਆਪਾਂ ਜੇ ਕਹੀਏ ਵੀ ਆਉਂਦੇ ਆ, ਆਪਾਂ ਆਉਂਦੇ ਟਾਈਮ ਲਈਏ ਫਿਰ ਬੋਲ ਕੇ ਚਲੇ ਜਾਈਏ, ਉਹ ਤੇ ਇਤਰਾਜ਼ ਹੁੰਦਾ। ਆਪਾਂ ਜਦੋਂ ਹਾਜ਼ਰੀ ਭਰਾਂਗੇ ਫਿਰ ਕਿਸੇ ਨੇ ਇਤਰਾਜ਼ ਨਹੀਂ ਕਰਨਾ, ਜਿਹੜੇ ਲੋਕ ਸਾਡੇ ਇਤਰਾਜ਼ ਕਰਦੇ ਵੀ ਹੋਣਗੇ ਉਹਨਾਂ ਦਾ ਇਤਰਾਜ਼ ਵੀ ਨਿਕਲ ਜਾਊਗਾ ਵੀ ਇਹ ਬਿਲਕੁਲ ਕਿਸਾਨੀ ਹਿੱਤ ਲਈ ਵਿੱਚ ਆ ਕੇ ਬਹਿੰਦੇ ਨੇ। ਉਹ ਜੀਆਂ ਨੂੰ ਆਵੇ ਜਦੋਂ ਮਰਜ਼ੀ ਵੀਰ ਮੇਰਾ ਬੈਠੇ, ਵਿੱਚ ਆ ਕੇ ਵਿੱਚ ਬੈਠੇ, ਹਾਜ਼ਰੀ ਭਰੇ, ਫਿਰ ਉਹਦੇ ਵਾਸਤੇ ਜਿਹੜੇ ਆ ਕਿਸਾਨ ਆਗੂ ਖੁਦ ਕਹਿਣਗੇ ਵੀ ਇਹਨਾਂ ਨੂੰ ਹੁਣ ਸਮਾਂ ਦੇਣਾ ਚਾਹੀਦਾ। ਕੱਲ ਭਾਰਤ ਬੰਦ ਦੀ ਕਾਲ ਹੈ, ਭਾਰਤ ਬੰਦ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਕਿਸ ਤਰੀਕੇ ਦੇ ਨਾਲ ਭਾਰਤ ਬੰਦ ਨੂੰ ਸਫਲ ਬਣਾਉਣ ਦੀਆਂ ਕੋਸ਼ਿਸ਼ਾਂ ਹੁਣ ਸ਼ੁਰੂ ਹੋ ਚੁੱਕੀਆਂ ਨੇ, ਕਿਉਂਕਿ ਪੂਰੇ ਭਾਰਤ ਦਾ ਇਹ ਮੁੱਦਾ ਹੁਣ ਬਣ ਚੁੱਕਿਆ ਹੋਇਆ, ਇਕੱਲੇ ਪੰਜਾਬ ਦਾ ਨਹੀਂ, ਹਰਿਆਣਾ ਦਾ ਨਹੀਂ ਰਿਹਾ, ਪੂਰੇ ਭਾਰਤ ਦੇ ਕਿਸਾਨ ਇਸ ਮੋਰਚੇ ਦੇ ਵਿੱਚ ਆ ਕੇ ਜੁੜ ਚੁੱਕੇ ਹੋਏ ਨੇ। ਕੱਲ ਸਾਡੀ ਇਹ ਜਿਹੜਾ ਭਾਰਤ ਬੰਦ ਦੇ ਸੱਦੇ ਨੂੰ ਸੰਪੂਰਨ ਕਰਨ ਲਈ ਬਿਲਕੁਲ ਪੂਰਾ ਭਾਰਤ ਬੰਦ ਹੋਵੇ, ਉੱਤੇ ਵਿਚਾਰ ਚਰਚਾ ਕੱਲ ਸਾਡੀ ਪਹਿਲਾਂ 30 ਜਥੇਬੰਦੀਆਂ ਦੀ ਹੋਈ ਆ, ਫਿਰ ਸਾਡੀ ਆਲ ਇੰਡੀਆ ਦੀਆਂ ਜਿੰਨੀਆਂ ਯੂਨੀਅਨ ਆ ਉਹਨਾਂ ਦੀ ਮੀਟਿੰਗ ਹੋਈ ਆ, ਔਰ ਉਹਨਾਂ ਦੇ ਵਿੱਚ ਸਾਰੇ ਮਦਰਾਸ, ਕਰਨਾਟਕ, ਕੇਰਲਾ, ਉੜੀਸਾ, ਮੱਧ ਪ੍ਰਦੇਸ਼, ਯੂਪੀ, ਹਰਿਆਣਾ, ਉੱਤਰਾਖੰਡ, ਰਾਜਸਥਾਨ ਸਾਰੇ ਆਗੂ ਆਏ ਸਨ।
ਔਰ ਸਾਰੇ ਆਗੂਆਂ ਦੇ ਨਾਲ ਸਾਡੀ ਗੱਲਬਾਤ ਚੱਲੀ ਹੈ ਕਾਫੀ ਸਮਾਂ, ਕਿਉਂਕਿ ਮੈਂ ਕੱਲ ਤਾਂ ਹੀ ਨਹੀਂ ਸਟੇਜ ਤੇ ਆ ਸਕਿਆ ਤੇ ਪਹਿਲਾਂ ਸਾਡੀ 30 ਦੀ ਮੀਟਿੰਗ ਸੀ, ਉਹ ਤੋਂ ਬਾਅਦ 30 ਤੋਂ ਆਲ ਇੰਡੀਆ ਦੀ ਲੈਵਲ ਦੀ ਮੀਟਿੰਗ ਸੀ। ਔਰ ਸਾਰਿਆਂ ਨੇ ਜਿੰਨੀਆਂ ਸਟੇਟਾਂ ਤੋਂ ਆਗੂ ਆਏ ਸਨ ਉਹਨਾਂ ਨੇ ਕਿਹਾ ਸਾਡੀਆਂ ਸਟੇਟਾਂ 'ਚ ਅਸੀਂ ਪੂਰਨ ਬੰਦ ਕਰਾਂਗੇ। ਤੇ ਮੱਧ ਪ੍ਰਦੇਸ਼ ਵਾਲੇ ਸ਼ਿਵ ਕੁਮਾਰ ਕੱਕਾ ਜੀ ਉਹ ਬੈਠੇ ਨੇ ਪਲ ਵੱਲੋਂ ਨਹੀਂ, ਪੂਰਾ ਪਹਿਲਾਂ ਜਾਮ ਨਹੀਂ ਸੀਗਾ, ਉਹਨਾਂ ਦੀ ਨੰਬਰਿੰਗ ਘੱਟ ਸੀ, ਕੱਲ ਉਹਨਾਂ ਨੇ ਨੰਬਰਿੰਗ ਵਧਾਈ ਆਪਣੀ ਤਾਂ ਪੂਰਾ ਉਹ ਵੀ ਜਾਮ ਕਰਤਾ ਤੇ ਉਹ ਨਹੀਂ ਆ ਸਕੇ ਸੀ। ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ, ਉਹਨਾਂ ਨੇ ਕਿਹਾ ਵੀ ਮੱਧ ਪ੍ਰਦੇਸ਼ ਵੀ ਪੂਰਾ ਬੰਦ ਹੋਏਗਾ। ਇਸ ਤਰੀਕੇ ਦੇ ਨਾਲ ਜਿੰਨੇ ਬਾਕੀ ਸਟੇਟਾਂ ਵਾਲੇ ਨੇ ਉਹ ਵੀ ਪੂਰਨ ਬੰਦ ਦੇ ਵਿੱਚ ਸਹਿਯੋਗ ਕਰਨਗੇ ਔਰ ਪੂਰਨ ਭਾਰਤ ਜਿਹੜਾ ਪੂਰਨ ਬੰਦ ਹੋਏਗਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇਹ ਹੈ ਵੀ ਜਿੰਨੇ ਟਰਾਂਸਪੋਰਟਰ ਨੇ ਆਲ ਇੰਡੀਆ ਦੇ ਉਹਨਾਂ ਨੇ ਵੀ ਹਮਾਇਤ ਕੀਤੀ ਆ ਵੀ ਸਾਡੇ ਟਰੱਕ ਜਿਹੜੇ ਆ ਉਹ ਪੂਰੇ ਭਾਰਤ ਦੇ ਟਰੱਕ ਯੂਨੀਅਨਾਂ ਜਿਹੜੀਆਂ ਟਰੱਕ ਕੱਲ ਨੂੰ ਖੜੇ ਸਟਾਪ ਕਰ ਦੇਣਗੇ। ਫਿਰ ਇਹਦਾ ਮਤਲਬ ਹੈ ਕਿ ਭਾਰਤ ਬੰਦ ਜਿਹੜਾ ਉਹ ਸਕਸੈਸਫੁਲ ਹੋਏਗਾ। ਜਿਹੜੀ ਸਿਆਸੀ ਪਾਰਟੀਆਂ ਨੇ ਖਾਸ ਕਰਕੇ ਉਹ ਆਮ ਆਦਮੀ ਪਾਰਟੀ ਆ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਹੁਣ ਸਮਰਥਨ ਜਿਹੜਾ ਹੈ ਕਿਸਾਨਾਂ ਦੇ ਨਾਲ ਆਉਣਾ ਸ਼ੁਰੂ ਹੋ ਚੁੱਕਿਆ ਹੋਇਆ ਹੈ, ਉਹਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ? ਤੇ ਜੇ ਕੋਈ ਸਿਆਸੀ ਇਨਸਾਨ ਇਸ ਮੋਰਚੇ ਦੇ ਵਿੱਚ ਆਂਦਾ, ਕਿਉਂਕਿ ਸ਼ੁਰੂਆਤੀ ਦੌਰ ਤੇ ਇਹ ਗੱਲ ਕਹੀ ਗਈ ਸੀ ਕਿ ਕਿਸੇ ਵੀ ਸਿਆਸੀ ਇਨਸਾਨ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਆਉਣ ਦੀ, ਜਾਣ ਦੀ ਇਜਾਜ਼ਤ ਦਿੱਤੀ ਜਾਏਗੀ, ਉਸ ਦੀ ਕੋਈ ਸ਼ਰਤਾਂ ਹੋਣਗੀਆਂ। ਕੀ ਸ਼ਰਤਾਂ ਹੋਣਗੀਆਂ? ਸਾਡੀਆਂ ਸ਼ਰਤਾਂ ਇਹੀ ਨੇ ਜੀ ਕਿ ਪੋਲੀਟੀਕਲ ਲੋਕ ਜਿਹੜੇ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਆ ਕੇ ਵਿੱਚ ਬੈਠੋ, ਪਰ ਸਟੇਜ ਤੋਂ ਅਸੀਂ ਨਹੀਂ ਗੱਲ ਕੋਈ ਕਰਨ ਦੇਣੀ, ਕਿਉਂਕਿ ਕੋਈ ਨਾ ਕੋਈ ਜਿਹੜੇ ਪੋਲੀਟੀਕਲ ਲੋਕ ਆ ਕਿਤੇ ਨਾ ਕਿਤੇ ਵਿੱਚ ਗੱਲ ਪੋਲੀਟੀਕਲ ਕਰ ਜਾਂਦੇ ਆ। ਸਾਡੇ ਇਸ ਅੰਦੋਲਨ ਨੂੰ ਕੋਈ ਹੋਰ ਰੰਗ ਦੇਣ ਦੀ ਕੋਸ਼ਿਸ਼ ਨਾ ਕਰੇ। ਇਸ ਕਰਕੇ ਸਾਡੀ ਇਹ ਮਜਬੂਰੀ ਹੈ, ਇਹ ਕੋਈ ਪਾਬੰਦੀ ਨਹੀਂ, ਸਾਡੀ ਮਜਬੂਰੀ ਹੈ ਕਿ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ, ਜਿਹੜੀ ਭਾਰਤ ਸਰਕਾਰ ਹੈ ਉਹ ਇਹਨੂੰ ਰੰਗ ਦੇਣਾ ਚਾਹੁੰਦੀ ਹੈ ਪੋਲੀਟੀਕਲ, ਕਿਉਂਕਿ ਪਹਿਲਾਂ ਉਹ ਕਹਿੰਦੇ ਸੀ ਇਹ ਵਰਗ ਲਾਏ ਹੋਏ ਨੇ ਕਿਸਾਨਾਂ ਨੂੰ, ਕਾਂਗਰਸ ਨੇ ਵਰਗ ਲਾਤਾ ਪੰਜਾਬ ਦਿਆਂ ਨੂੰ ਜੀ, ਹੋਰ ਕਿਤੇ ਲੜਾਈ ਨਹੀਂ ਹੈ। ਹੁਣ ਜਿਹੜੇ ਬਾਕੀ ਸਟੇਟਾਂ ਦੇ ਆਉਣੇ ਸ਼ੁਰੂ ਹੋ ਗਏ ਉਹ ਜੀ ਇਹ ਤਾਂ ਭੜਕਾਏ ਹੋਏ ਨੇ ਜੀ, ਇਹ ਆਪੋਜੀਸ਼ਨ ਦੇ ਭੜਕਾਏ ਹੋਏ ਨੇ, ਉਹ ਗੱਲ ਅਸੀਂ ਨਹੀਂ ਆਉਣ ਦੇਣੀ ਚਾਹੁੰਦੇ। ਇਸ ਕਰਕੇ ਅਸੀਂ ਜਿਹੜੇ ਬਾਕੀ ਆਗੂ ਆਉਂਦੇ ਨੇ ਉਹ ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਬੀਜੇਪੀ ਹੈ, ਕੋਈ ਵੀ ਹੈ, ਤੁਸੀਂ ਇੱਥੇ ਵੇਖਿਆ ਹੋਊਗਾ ਕਿ ਕਾਂਗਰਸ ਦਾ ਐਮਪੀ ਆਇਆ ਉਹਨੂੰ ਇੱਥੋਂ ਭਜਾਇਆ ਗਿਆ, ਇੱਕ ਤਰ੍ਹਾਂ ਦਾ ਜਿਹੜਾ ਅਕਾਲੀ ਦਲ ਦਾ ਆ ਉਹਨੂੰ ਭਜਾਇਆ ਗਿਆ। ਪਰ ਅਸੀਂ ਹੁਣ ਨੌਜਵਾਨਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਦਾ ਸਤਿਕਾਰ ਕਰੋ, ਆਇਆਂ ਦਾ ਕੋਈ ਗੱਲ ਨਹੀਂ। ਉਹਨਾਂ ਨੂੰ ਕਿਹਾ ਆਪਣਾ ਝੰਡਾ ਡੰਡਾ ਘਰ ਰੱਖ ਕੇ ਆਓ, ਕਿਸਾਨੀ ਝੰਡੇ ਡੰਡੇ ਹਟਾਓ ਤੇ ਉਹਨਾਂ ਦੇ ਨਾਲ ਆਓ ਤੇ ਆ ਕੇ ਵਿੱਚ ਬੈਠੋ। ਮਾਈਕ ਤੋਂ ਬੋਲਣ ਦਾ ਟਾਈਮ ਨਹੀਂ ਮਿਲੂਗਾ, ਪਰ ਤੁਹਾਡਾ ਮਾਣ ਸਤਿਕਾਰ ਸਟੇਜ ਤੋਂ ਜ਼ਰੂਰ ਕਰ ਦਿੱਤਾ ਜਾਊਗਾ ਭਈ ਇਹ ਆਗੂ ਆਏ ਨੇ। ਤੇ ਇਸ ਕਰਕੇ ਅਸੀਂ ਕੋਈ ਇਦਾਂ ਦੀ ਗੱਲ ਨਹੀਂ, ਜੇ ਕੋਈ ਕਿਸਾਨੀ ਦਰਦ ਲਈ ਆਉਂਦਾ ਉਹਦਾ ਮਾਣ ਸਤਿਕਾਰ ਹੋਏਗਾ, ਪਰ ਸਟੇਜ ਤੋਂ ਟਾਈਮ ਨਹੀਂ ਦਿੱਤਾ ਜਾਏਗਾ। 9 ਤਰੀਕ ਨੂੰ ਲੈ ਕੇ ਹੁਣ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਜਾਣ, ਕਿਉਂਕਿ 9 ਤਰੀਕ ਨੂੰ ਫੇਰ ਇੱਕ ਮੀਟਿੰਗ ਦਾ ਸੱਦਾ ਕੇਂਦਰ ਵੱਲੋਂ ਤੁਹਾਨੂੰ ਦਿੱਤਾ ਗਿਆ ਹੈ। ਕੀ ਲੱਗਦਾ ਹੈ ਕਿ ਐਤਕੀ ਕੀ ਹੋਊਗਾ? ਫੇਰ ਉਹੀ ਕਿਤੇ ਸੋਧ ਦੇ ਲਾਰੇ ਹੋਣਗੇ ਜਾਂ ਫਿਰ ਕਾਨੂੰਨ ਵਾਪਸੀ ਹੋਣ ਦੀਆਂ ਕੁਝ ਗੱਲਾਂ ਸਾਹਮਣੇ ਆ ਸਕਦੀਆਂ ਨੇ, ਜਾਂ ਫਿਰ ਕਿਉਂਕਿ ਇਹ ਵੀ ਸੁਣਨ ਚ ਆ ਰਿਹਾ ਸੀ ਕਿ ਸਰਕਾਰ ਕੋਲੋਂ ਪਹਿਲਾਂ ਆਪਾਂ ਇੱਕ ਰਿਟਨ ਫੈਸਲਾ ਲਵਾਂਗੇ ਜਿਸ ਤੋਂ ਬਾਅਦ ਜਿਹੜਾ ਹੈ ਪੂਰੀ ਡਿਸਕਸ਼ਨ ਹੋਏਗੀ, ਫੇਰ ਹੀ ਮੀਟਿੰਗ ਤੇ ਜਾਇਆ ਜਾਏਗਾ। ਇਹ ਇਸੇ ਤਰ੍ਹਾਂ ਹੀ ਸਰਕਾਰ ਨੂੰ ਉਸ ਦਿਨ ਸਰਕਾਰ ਕਹਿੰਦੀ ਸੀ ਵੀ ਅਸੀਂ 6 ਤਰੀਕ ਨੂੰ ਆਪਣੀ ਚਰਚਾ ਕਰ ਲੈਂਦੇ ਹਾਂ, 7 ਦੀ ਮੀਟਿੰਗ ਰੱਖ ਲਓ। ਤੇ ਅਸੀਂ ਫਿਰ ਸਾਰਿਆਂ ਨੇ ਰਲ ਕੇ ਇਹ ਗੱਲ ਆਖੀ ਸੀ ਅੰਦਰ ਵੀ ਤੁਸੀਂ ਭਾਈ 2 ਦਿਨ ਹੋਰ ਲੈ ਲਓ, ਵਿਚਾਰ ਲਓ, ਕਿਉਂਕਿ ਅਸੀਂ ਸਮਝਦੇ ਹਾਂ ਕਿਤੇ ਨਾ ਕਿਤੇ ਸਰਕਾਰ ਆਖਿਰ ਤੱਕ ਸਾਨੂੰ ਦੇਖਣਾ ਚਾਹੁੰਦੀ ਹੈ ਵੀ ਕਿਤੇ ਇਹ ਘਟ ਤਾਂ ਨਹੀਂ ਰਿਹਾ, ਜਿਹੜੇ ਨੰਬਰਿੰਗ ਘਟ ਤਾਂ ਨਹੀਂ ਰਹੀ, ਜੋਸ਼ ਘਟ ਤਾਂ ਨਹੀਂ ਰਿਹਾ, ਇੱਦਾਂ ਹੀ ਸ਼ਾਇਦ ਲੰਬਾ ਕਰਨ ਨਾ ਘਟ ਜਾਵੇ। ਅਸੀਂ ਸਗੋਂ ਉਹਨਾਂ ਦੀ 7 ਨੂੰ ਖਿੱਚ ਕੇ ਆਪ 9 ਤੇ ਲਗਾਏ ਵੀ ਤੁਸੀਂ ਦੇਖ ਲਓ ਭਾਈ, ਸਾਡਾ ਜ਼ੋਰ ਦੇਖਣਾ, ਇਹ ਜਾਣੇ ਵਾਲੇ ਨਹੀਂ ਰੱਦ ਕਰਾਏ ਤੋਂ ਬਿਨਾ। ਇਸ ਕਰਕੇ ਭਾਈ ਇਹ ਕਾਨੂੰਨ ਤੇ ਰੱਦ ਕਰਨੇ ਹੀ ਪੈਣਗੇ। ਜਿਹੜੀ ਗੱਲ ਆਈ ਸੀ ਪ੍ਰਪੋਜ਼ਲ ਦੀ, ਉਹ ਉਹਨਾਂ ਨੂੰ ਇਹ ਕਿਹਾ ਸੀ ਵੀ ਅਸੀਂ ਮੰਗ ਪੱਤਰ ਜਿਹੜਾ 8 ਮੰਗਾਂ ਦਾ ਦਿੱਤਾ ਹੋਇਆ, ਜਿਹਦੇ ਵਿੱਚ ਇਹ 5 ਜਿਹੜੇ ਹੈਗੇ ਆ ਸਾਡੇ ਨਵੇਂ ਬਿੱਲ ਆਏ ਨੇ, ਉਹ 'ਚ ਸਵਾਮੀਨਾਥਨ ਰਿਪੋਰਟ ਹੈ, MSP ਹੈ, ਉਹਦੇ ਵਿੱਚ ਜਿਹੜੇ ਪਰਚੇ ਕੀਤੇ ਗਏ ਨੇ ਨਜਾਇਜ਼ ਉਹ ਹੈ। ਇਹ ਸਾਡੀਆਂ ਸਾਰੀਆਂ ਮੰਗਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਉੱਤੇ ਸਾਨੂੰ ਪ੍ਰਪੋਜ਼ਲ ਦੱਸੋ ਵੀ ਤੁਸੀਂ ਕਿਹੜੀਆਂ ਮੰਗਾਂ ਸਾਡੀਆਂ ਮੰਨ ਰਹੇ ਹੋ, ਕਿਹੜੀਆਂ ਨਹੀਂ ਮੰਗ ਰਹੇ। ਉਹਦੀ ਪ੍ਰਪੋਜ਼ਲ ਜਿਹੜੀ ਆ ਤੁਸੀਂ ਜੇ ਬਣਾਈ ਕੋਈ ਤਿਆਰ ਕੀਤੀ ਸਾਨੂੰ ਭੇਜ ਦਿਓ, ਉਹ 'ਤੇ ਅਸੀਂ ਆਪਣਾ ਵਿਚਾਰ ਚਰਚਾ ਕਰਾਂਗੇ, ਫਿਰ ਮੀਟਿੰਗ 'ਚ ਆਵਾਂਗੇ। ਜੇ ਸਾਨੂੰ ਕੋਈ ਪੋਜ਼ਿਟਿਵ ਲੱਗੂਗਾ ਤਾਂ ਆਵਾਂਗੇ, ਨਹੀਂ ਤਾਂ ਨਹੀਂ ਆਵਾਂਗੇ। ਸੋ ਇਸ ਕਰਕੇ ਅਸੀਂ ਉਹ ਪ੍ਰਪੋਜ਼ਲ ਦੀ ਜਿਹੜੀ ਉਹਨਾਂ ਨੂੰ ਕਿਹਾ ਹੋਇਆ ਵੀ 8 ਤਰੀਕ ਨੂੰ ਸਾਨੂੰ ਆਪਣੀ ਪ੍ਰਪੋਜ਼ਲ ਭੇਜ ਦਿਓ, ਉਹ 'ਤੇ ਵਿਚਾਰ ਚਰਚਾ ਕਰਾਂਗੇ ਸਾਰੀਆਂ ਜਥੇਬੰਦੀਆਂ, ਫਿਰ ਤੁਹਾਨੂੰ ਅਸੀਂ ਆਪ ਫੋਨ ਕਰ ਦਿਆਂਗੇ, ਉਹਦਾ ਜਵਾਬ ਤੁਹਾਨੂੰ ਦੇ ਦਿਆਂਗੇ ਵੀ ਅਸੀਂ ਉਹ ਕੀ ਚਰਚਾ ਕਰਨੀ ਚਾਹੁੰਦੇ ਕਿ ਨਹੀਂ। ਸੋ ਇਸ ਸਾਡੇ ਨਾਲ BKO ਦੁਆਬਾ ਦੇ ਆਗੂ ਜਿਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜਾ ਦੀਪ ਸਿੱਧੂ ਦੀ ਬਾਈਕਾਟ ਕਰਨ ਦੀ ਗੱਲ ਕੀਤੀ ਜਾ ਰਹੀ ਸੀ। ਉਹਨਾਂ ਦਾ ਇਹੀ ਗੱਲ ਕਹਿਣਾ ਹੈ ਕਿ ਜੇ ਦੀਪ ਸਿੱਧੂ ਇੱਥੇ ਆਣ ਕੇ ਹਾਜ਼ਰੀ ਭਰਦਾ, ਉਹ ਦਿਖਾਉਂਦਾ ਕਿ ਉਹ ਵਾਕਈ ਕਿਸਾਨਾਂ ਦੇ ਨਾਲ ਹੈ, ਆਪ ਦਾ ਵੱਖਰਾ ਮੋਰਚਾ ਨਾ ਖੋਲ ਕੇ ਇਸੇ ਮੋਰਚੇ ਦੇ ਵਿੱਚ ਕਿਸਾਨਾਂ ਦੇ ਨਾਲ ਆ ਕੇ ਬੈਠਦਾ ਹੈ, ਹਾਜ਼ਰੀ ਭਰਦਾ, ਤਾਂ ਹੀ ਜਿਹੜਾ ਹੈ ਦੀਪ ਸਿੱਧੂ ਨੂੰ ਸਟੇਜ ਤੋਂ ਵੀ ਬੋਲਣ ਦਾ ਮੌਕਾ ਦਿੱਤਾ ਜਾਏਗਾ। ਤੇ ਨਾਲੇ ਜਿਹੜੇ ਕਿਸਾਨੀ ਜਥੇਬੰਦੀਆਂ ਦੇ ਦਿਲ 'ਚ ਜਿਹੜੀ ਰੋਸ਼ ਹੈ ਸ਼ਾਇਦ ਉਸ 'ਚ ਕਿਤੇ ਨਾ ਕਿਤੇ ਘਾਟਾ ਆ ਸਕਦਾ ਹੈ। ਤੇ ਨਾਲ ਹੀ ਨਾਲ 9 ਤਰੀਕ ਨੂੰ ਜਿਹੜੀ ਮੀਟਿੰਗ ਹੋਣ ਵਾਲੀ ਹੈ ਉਸ ਬਾਰੇ ਵੀ ਪੂਰਨ ਤੌਰ ਤੇ ਗੱਲਬਾਤ ਕੀਤੀ। ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਸਾਜਨ ਨਰੂਲਾ, ਦੈਨਿਕ ਸਵੇਰਾ TV, ਸਿੰਘੂ ਬੋਦਰ, ਦਿੱਲੀ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94 647 84 374 94 648